ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ। ਅੱਜ ਦੀ ਇਸ ਵੀਡੀਓ ਵਿੱਚ ਅਸੀਂ 11ਵੀਂ ਜਮਾਤ ਦੇ ਸਿਲੇਬਸ ਸੰਬੰਧੀ ਜਾਣਕਾਰੀ ਪ੍ਰਾਪਤ ਕਰਾਂਗੇ ਤਾਂ ਜੋ ਵਿਦਿਆਰਥੀ ਆਪਣੀ ਪ੍ਰੀਖਿਆ ਦੀ ਚੰਗੇ ਢੰਗ ਨਾਲ ਤਿਆਰੀ ਕਰ ਸਕਣ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ CBSE ਨੇ ਵਿਦਿਆਰਥੀਆਂ ਦੀ ਸਹੂਲਤ ਲਈ ਸਮੇਂ ਦੀ ਨਜ਼ਾਕਤ ਨੂੰ ਪਹਿਚਾਣਦੇ ਹੋਏ ਸਿਲੇਬਸ ਦੇ ਵਿੱਚ ਕੁਝ ਸੁਧਾਰ ਲਿਆਂਦੇ ਹਨ। 30% ਸਿਲੇਬਸ ਘੱਟ ਕਰ ਦਿੱਤਾ ਗਿਆ ਹੈ ਅਤੇ ਪੇਪਰ ਦਾ 50% ਹਿੱਸਾ ਬਹੁ ਵਿਕਲਪੀ ਪ੍ਰਸ਼ਨਾਂ ਦੇ ਰੂਪ ਵਿੱਚ ਹੋਵੇਗਾ। ਸਾਲਾਨਾ ਪ੍ਰੀਖਿਆ ਹੋਵੇ ਜਾਂ ਮਿਡ ਟਰਮ ਪ੍ਰੀਖਿਆ, 80 ਨੰਬਰ ਦਾ ਲਿਖਤੀ ਪੇਪਰ ਲਿਆ ਜਾਵੇਗਾ। 40 ਨੰਬਰ ਦਾ ਬਹੁ ਵਿਕਲਪੀ ਅਤੇ 40 ਨੰਬਰ ਰਚਨਾਤਮਕ। 20 ਨੰਬਰ ਆਂਤਰਿਕ ਮੁਲਾਂਕਣ ਭਾਵ ਇੰਟਰਨਲ ਅਸੈਸਮੈਂਟ ਨਾਲ ਵਿਅਕਤੀਗਤ ਪੜਚੋਲ ਰਾਹੀਂ ਵਿਦਿਆਰਥੀ ਦੀ ਸ਼ਖਸੀਅਤ ਨੂੰ ਉਭਾਰਨ ਦਾ ਉਪਰਾਲਾ ਕੀਤਾ ਗਿਆ ਹੈ। CBSE ਵੱਲੋਂ ਸਭ ਤੋਂ ਪਹਿਲਾ ਪ੍ਰਸ਼ਨ ਐਡਵਾਂਸ ਪੜ੍ਹਨ ਕੌਸ਼ਲ ਦਾ ਹੋਵੇਗਾ, ਜਿਸ ਵਿੱਚ 2 ਅਣਡਿੱਠੇ ਪੈਰੇ MCQ ਰੂਪ ਵਿੱਚ ਪੁੱਛੇ ਜਾਣਗੇ ਅਤੇ 5-5 ਨੰਬਰ ਦੇ ਹੋਣਗੇ। ਕੁੱਲ 10 ਨੰਬਰ ਦਾ ਪਹਿਲਾ ਪ੍ਰਸ਼ਨ ਹੋਵੇਗਾ। ਦੂਸਰਾ ਪ੍ਰਸ਼ਨ ਪਿੰਗਲ ਦੇ ਰੂਪ ਅਤੇ ਵਿਆਕਰਣ ਸੰਬੰਧੀ ਪੁੱਛਿਆ ਜਾਏਗਾ, ਜੋ ਕਿ MCQ ਫਾਰਮ ਵਿੱਚ ਹੋਵੇਗਾ। ਦੂਸਰੇ ਪ੍ਰਸ਼ਨ ਦੇ ਤਹਿਤ ਪਿੰਗਲ ਦੇ ਰੂਪ ਵਿੱਚੋਂ 2 ਪ੍ਰਸ਼ਨ ਅਲੰਕਾਰ ਅਤੇ ਰਸ ਸੰਬੰਧੀ ਪੁੱਛੇ ਜਾਣਗੇ। ਅਲੰਕਾਰ ਵਿੱਚੋਂ ਅਨੁਪਰਾਸ, ਰੂਪਕ ਅਤੇ ਉਪਮਾ ਅਲੰਕਾਰ ਸੰਬੰਧੀ ਬਹੁ ਵਿਕਲਪੀ ਪ੍ਰਸ਼ਨ ਪੁੱਛੇ ਜਾਣਗੇ ਅਤੇ ਰਸ ਦੇ ਵਿੱਚੋਂ ਸ਼ਿੰਗਾਰ ਰਸ, ਹਾਸ ਰਸ, ਕਰੁਣਾ ਰਸ, ਇਹਨਾਂ ਪ੍ਰਸ਼ਨਾਂ ਦੇ ਉੱਤਰ ਪੁੱਛੇ ਜਾਣਗੇ। ਇਸੇ ਤਰ੍ਹਾਂ ਵਿਆਕਰਣ ਭਾਗ ਵਿੱਚੋਂ ਵੀ 2 ਪ੍ਰਸ਼ਨ ਸ਼ਬਦ ਸ਼ੁੱਧੀ ਅਤੇ ਅਖਾਣਾ ਸੰਬੰਧੀ ਪ੍ਰਸ਼ਨ ਪੁੱਛੇ ਜਾਣਗੇ। ਇਹ ਦੋਨੋਂ ਹੀ ਪ੍ਰਸ਼ਨ MCQ ਫਾਰਮ ਵਿੱਚ ਹੋਣਗੇ। ਅਖਾਣ ਊੜਾ ਤੋਂ ਹਾਹਾ ਤੱਕ ਵਿੱਚੋਂ ਹੀ ਪੁੱਛੇ ਜਾਣਗੇ। ਪਿੰਗਲ ਦੇ ਰੂਪ ਅਤੇ ਵਿਆਕਰਣ ਸੰਬੰਧੀ ਇਹਨਾਂ 4 ਹੀ ਪ੍ਰਸ਼ਨਾਂ ਦੇ ਨੰਬਰ 5-5 ਹੋਣਗੇ ਅਤੇ ਕੁੱਲ 20 ਨੰਬਰ ਦਾ ਦੂਸਰਾ ਪ੍ਰਸ਼ਨ ਹੋਵੇਗਾ। ਅਗਲਾ ਪ੍ਰਸ਼ਨ ਪਾਠ ਪੁਸਤਕਾਂ 'ਤੇ ਆਧਾਰਿਤ ਹੋਵੇਗਾ। 11ਵੀਂ ਜਮਾਤ ਦੇ ਸਿਲੇਬਸ ਵਿੱਚ 3 ਪੁਸਤਕਾਂ ਕਾਵਿ ਰੰਗ, ਰਿਸ਼ਤੇ ਨਾਟਕ ਅਤੇ ਵਾਰਤਕ ਰਿਸ਼ਮਾਂ ਨਿਰਧਾਰਿਤ ਕੀਤੀਆਂ ਗਈਆਂ ਹਨ, ਜਿਨ੍ਹਾਂ ਦੇ ਵਿੱਚੋਂ ਚੋਣ ਆਧਾਰਿਤ ਬਹੁ ਵਿਕਲਪੀ ਪ੍ਰਸ਼ਨ ਪੁੱਛੇ ਜਾਣਗੇ, ਜੋ ਕਿ 10 ਨੰਬਰ ਦੇ ਹੋਣਗੇ। ਅਗਲਾ ਪ੍ਰਸ਼ਨ ਵੀ ਪਾਠ ਪੁਸਤਕਾਂ 'ਤੇ ਆਧਾਰਿਤ ਹੀ ਹੋਵੇਗਾ, ਜਿਸ ਵਿੱਚ ਵਰਣਨਾਤਮਕ ਪ੍ਰਸ਼ਨ ਭਾਵ ਡੈਸਕ੍ਰਿਪਟਿਵ ਕੁਐਸਚਨ ਪੁੱਛੇ ਜਾਣਗੇ। ਸਭ ਤੋਂ ਪਹਿਲਾਂ ਕਵਿਤਾ ਭਾਗ ਦੇ ਵਿੱਚ ਕਾਵਿ ਰੰਗ ਪੁਸਤਕ ਵਿੱਚੋਂ ਕਵਿਤਾਵਾਂ ਦੀ ਪ੍ਰਸੰਗ ਸਾਹਿਤ ਵਿਆਖਿਆ ਸੰਬੰਧੀ ਪ੍ਰਸ਼ਨ ਪੁੱਛਿਆ ਜਾਵੇਗਾ, ਜੋ ਕਿ ਚੋਣ ਆਧਾਰਿਤ ਹੋਵੇਗਾ। ਅਗਲਾ ਪ੍ਰਸ਼ਨ ਰਿਸ਼ਤੇ ਨਾਟਕ ਵਿੱਚੋਂ ਆਵੇਗਾ, ਜੋ ਕਿ 40-50 ਸ਼ਬਦਾਂ ਵਿੱਚ ਉੱਤਰ ਦੇਣਾ ਹੋਵੇਗਾ। ਇਹ ਪ੍ਰਸ਼ਨ ਵੀ ਚੋਣ ਆਧਾਰਿਤ ਹੋਵੇਗਾ। ਇਸ ਤੋਂ ਅਗਲਾ ਵਰਣਨਾਤਮਕ ਪ੍ਰਸ਼ਨ ਵਾਰਤਕ ਰਿਸ਼ਮਾਂ ਪੁਸਤਕ ਵਿੱਚੋਂ ਪੁੱਛਿਆ ਜਾਵੇਗਾ, ਜਿਨ੍ਹਾਂ ਦਾ ਉੱਤਰ 20-25 ਸ਼ਬਦਾਂ ਵਿੱਚ ਦੇਣਾ ਹੋਵੇਗਾ। ਇਹ ਪ੍ਰਸ਼ਨ ਵੀ ਚੋਣ ਆਧਾਰਿਤ ਹੋਣਗੇ। ਇਹਨਾਂ ਤਿੰਨਾਂ ਪੁਸਤਕਾਂ ਵਿੱਚੋਂ 22 ਨੰਬਰ ਦੇ ਪ੍ਰਸ਼ਨ ਪੁੱਛੇ ਜਾਣਗੇ। ਅਗਲਾ ਪ੍ਰਸ਼ਨ ਪੰਜਾਬੀ ਸਾਹਿਤ ਦੇ ਰੂਪ ਸੰਬੰਧੀ ਹੋਵੇਗਾ, ਜੋ ਕਿ ਚੋਣ ਆਧਾਰਿਤ ਹੋਵੇਗਾ। ਇਸ ਦੇ ਤਹਿਤ ਕਵਿਤਾ ਅਤੇ ਨਾਟਕ ਦੇ ਵਿਕਾਸ ਅਤੇ ਨਿਕਾਸ ਬਾਰੇ ਪ੍ਰਸ਼ਨ ਪੁੱਛਿਆ ਜਾਵੇਗਾ ਅਤੇ ਇਸ ਦਾ ਉੱਤਰ 150 ਤੋਂ 200 ਸ਼ਬਦਾਂ ਵਿੱਚ ਦੇਣਾ ਹੋਵੇਗਾ ਅਤੇ ਕੁੱਲ 8 ਨੰਬਰ ਦਾ ਇਹ ਪ੍ਰਸ਼ਨ ਹੋਵੇਗਾ। ਅਗਲਾ ਪ੍ਰਸ਼ਨ ਪ੍ਰਭਾਵਸ਼ਾਲੀ ਲਿਖਣ ਕੌਸ਼ਲ ਸੰਬੰਧੀ ਹੋਵੇਗਾ, ਜਿਸ ਦੇ ਤਹਿਤ ਸਮਾਜਿਕ, ਸੱਭਿਆਚਾਰਕ ਅਤੇ ਮਨੋਰੰਜਕ ਵਿਸ਼ੇ ਸੰਬੰਧੀ ਇੱਕ ਲੇਖ ਲਿਖਣਾ ਹੋਵੇਗਾ। ਇਹ ਪ੍ਰਸ਼ਨ ਵੀ ਚੋਣ ਆਧਾਰਿਤ ਹੋਵੇਗਾ ਅਤੇ ਇਸ ਦਾ ਉੱਤਰ ਵੀ 100 ਤੋਂ 150 ਸ਼ਬਦਾਂ ਵਿੱਚ ਲਿਖਣਾ ਹੋਵੇਗਾ। ਇਸ ਦੇ ਤਹਿਤ ਅਗਲਾ ਪ੍ਰਸ਼ਨ ਹੋਵੇਗਾ ਅਖਬਾਰਾਂ ਲਈ ਰਿਪੋਰਟ ਰਚਨਾ, ਜੋ ਕਿ 100 ਸ਼ਬਦਾਂ ਦੇ ਵਿੱਚ ਲਿਖਣੀ ਹੋਵੇਗੀ ਅਤੇ ਇਹ ਪ੍ਰਸ਼ਨ ਵੀ ਚੋਣ ਆਧਾਰਿਤ ਹੋਵੇਗਾ। ਲੇਖ ਅਤੇ ਰਿਪੋਰਟ ਕੁੱਲ 10 ਨੰਬਰ ਦੇ ਇਹ ਪ੍ਰਸ਼ਨ ਦੋਵੇਂ ਪੁੱਛੇ ਜਾਣਗੇ। ਪ੍ਰਸ਼ਨ ਪੱਤਰ ਸੰਬੰਧੀ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਆਓ ਹੁਣ 11ਵੀਂ ਜਮਾਤ ਲਈ ਨਿਰਧਾਰਿਤ ਪੁਸਤਕਾਂ ਅਤੇ 94 ਪਾਠਾਂ ਸੰਬੰਧੀ ਜਾਣਕਾਰੀ ਪ੍ਰਾਪਤ ਕਰੀਏ। ਵਾਰਤਕ ਰਿਸ਼ਮਾਂ ਦੇ ਕੁੱਲ 4 ਪਾਠ ਸਿਲੇਬਸ ਵਿੱਚ ਰੱਖੇ ਗਏ ਹਨ। ਪਹਿਲਾ ਪਾਠ ਹੈ ਕੀਰਤ ਤੇ ਮਿੱਠਾ ਬੋਲਣਾ, ਦੂਸਰਾ ਹੱਸਣਾ ਤੇ ਕੂਕਣਾ, ਤੀਸਰਾ ਨੈਸ਼ਨਲ ਸਟੇਡੀਅਮ ਦੀਆਂ ਯਾਦਾਂ ਅਤੇ ਚੌਥਾ ਮੁਆਫ ਕਰਨਾ।
ਕਾਵਿ ਰੰਗ ਪੁਸਤਕ ਵਿੱਚ ਕੁੱਲ 6 ਕਵੀਆਂ ਦੀਆਂ ਰਚਨਾਵਾਂ ਰੱਖੀਆਂ ਗਈਆਂ ਹਨ। ਸਭ ਤੋਂ ਪਹਿਲਾਂ ਗੁਰੂ ਰਾਮਦਾਸ ਜੀ, ਨੰਬਰ 2 ਗੁਰੂ ਗੋਬਿੰਦ ਸਿੰਘ ਜੀ, ਤੀਸਰਾ ਬੁੱਲੇ ਸ਼ਾਹ, ਚੌਥਾ ਵਾਰਿਸ ਸ਼ਾਹ, ਪੰਜਵਾਂ ਚਰਨ ਸਿੰਘ ਸ਼ਹੀਦ ਅਤੇ ਛੇਵਾਂ ਬਚਨ ਬੇਦਿਲ। ਇਸ ਪ੍ਰਕਾਰ ਗੁਰਮਤਿ ਕਾਵਿ, ਸੂਫੀ ਕਾਵਿ, ਕਿੱਸਾ ਕਾਵਿ ਅਤੇ ਆਧੁਨਿਕ ਕਾਵਿ ਨੂੰ 6 ਭਾਗਾਂ ਦੇ ਵਿੱਚ ਵੰਡ ਕੇ ਇਸ ਪੁਸਤਕ ਵਿੱਚ ਪੇਸ਼ ਕੀਤਾ ਗਿਆ ਹੈ। ਤੀਸਰੀ ਪੁਸਤਕ ਹੈ ਰਿਸ਼ਤੇ ਨਾਟਕ, ਜਿਸ ਵਿੱਚੋਂ ਵੱਖ-ਵੱਖ ਪ੍ਰਸ਼ਨ ਪੁੱਛੇ ਜਾਣਗੇ। ਧੰਨਵਾਦ।